सत श्रीकाल तुसीं देख रहे हो पंजाब मेल यूएसए टीवी। मेरा नाम जतिंदर सिंह खैरा। वेकअप कॉल यानी कि अखबारनामा लैके एक बार फिर तो मैं हाज़र हाँ। ਜਦੋਂ ਅਖਬਾਰਨਾਮੇ ਦੀ ਗੱਲ ਕਰਦੇ ਹਾਂ ਤਾਂ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਹੈ ਯੂਐਸ ਨੈਸ਼ਨਲ ਨਿਊਜ਼ਪੇਪਰਸ ਤੋਂ ਕਰਦਾ ਹਾਂ ਔਰ ਸਭ ਤੋਂ ਪਹਿਲਾਂ ਯੂਐਸ ਟੂਡੇ। ਵੈਲ ਯੂਐਸ ਟੂਡੇ ਨੇ ਜਿਹੜੇ ਅੱਜ ਹੈਡਲਾਈਨ ਬਣਾਈ ਹੈ ਉਹ ਹੈਡਲਾਈਨ ਜੇ ਮੈਂ ਕਹਾਂ ਕਿ ਸਵੇਰੇ ਮਾਰਨਿੰਗ ਪਬਲਿਸ਼ ਕੀਤੀ ਹੈ ਇਹਨਾਂ ਨੇ ਆਪਣੇ ਡਿਜੀਟਲ ਪਲੇਟਫਾਰਮ ਦੇ ਉੱਤੇ, ਤੇ ਮੈਨੂੰ ਲੱਗਦਾ ਕੁਝ ਗਲਤ ਨਹੀਂ ਹੋਏਗਾ। ਲਿਖ ਰਹੇ ਨੇ ਹਾਊਸਿਸ ਪਾਸੇ ਜੋ ਬਾਈਡਨ ਕੋਵਿਡ-19 ਰਿਲੀਫ ਬਿੱਲ ਵਿਦ $1,400 ਸਟਿਮੂਲਸ ਚੈੱਕ ਲੈਜਿਸਲੇਸ਼ਨ ਹੈਡ ਟੂ ਸੈਨੇਟ। ਲਾਈਕ ਗੱਲ ਕੀਤੀ ਜਾ ਰਹੀ ਸੀ, ਜਦੋਂ ਅਸੀਂ ਗੱਲ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਰਿਪਬਲਿਕਨ ਜਿਹੜੇ ਸੀ ਉਹ ਨਹੀਂ ਮੰਨ ਰਹੇ ਸੀਗੇ ਜਿਹੜਾ ਰਿਲੀਫ ਫੰਡ ਸੀਗਾ ਉਸ ਨੂੰ ਲੈ ਕੇ। ਉਹਨਾਂ ਨੂੰ ਲੱਗਦਾ ਸੀ ਕਿ ਉਹ ਟ੍ਰਿਲੀਅਨ ਦੇ ਵਿੱਚ ਨਹੀਂ ਹੋਣਾ ਚਾਹੀਦਾ, ਸਗੋਂ ਬਿਲੀਅਨ ਦੇ ਵਿੱਚ ਹੋਣਾ ਚਾਹੀਦਾ ਹੈ। ਪਰ ਜਦੋਂ ਫਿਰ ਪਾਸ ਕਰ ਦਿੱਤਾ ਸੀਗਾ ਲੈਜਿਸਲੇਸ਼ਨ ਨੇ, ਜਦੋਂ ਕਹਿ ਲਓ ਕਿ ਅਕਾਊਂਟ ਡਿਪਾਰਟਮੈਂਟ ਨੇ ਪਾਸ ਕਰ ਦਿੱਤਾ ਸੀ, ਉਸ ਤੋਂ ਬਾਅਦ ਫਿਰ ਬਾਈਡਨ ਹੋਣਾ ਨੇ ਕਿਹਾ ਸੀ ਕਿ ਅਸੀਂ ਸੋਲੋ ਖੇਡ ਲਾਂਗੇ, ਅਸੀਂ ਇਕੱਲੇ ਚੱਲਾਂਗੇ ਜੇਕਰ ਰਿਪਬਲਿਕਨ ਸਾਡਾ ਸਾਥ ਨਹੀਂ ਦੇਗਾ। ਫਿਲਹਾਲ ਇਸ ਨਿਊਜ਼ ਨੂੰ ਪੜ੍ਹਦੇ ਹਾਂ ਅਤੇ ਦੇਖਦੇ ਹਾਂ ਇਸ ਨਿਊਜ਼ ਦੇ ਵਿੱਚ ਕੀ ਲਿਖਿਆ ਹੈ। ਦ ਡੈਮੋਕ੍ਰੈਟਿਕਲ ਕੰਟਰੋਲ ਹਾਊਸ ਅਪਰੂਵਡ ਪ੍ਰੈਜ਼ੀਡੈਂਟ ਜੋ ਬਾਈਡਨ $1.9 trillion COVID relief package early Saturday, a key step for a measure that would provide a million of American 1,400 यानी कि $1,400 तक ਜਿਹੜੀ stimulus payment ਹੈ ਉਹ ਹਰ ਕਿਸੇ ਜਿਹੜੇ ਬੰਦੇ ਨੂੰ ਮਿਲ ਸਕਦੀ ਹੈ, ਅਮਰੀਕਨ ਬੰਦੇ ਨੂੰ ਮਿਲ ਸਕਦੀ ਹੈ ਇਸ ਜਿਹੜਾ ਬਜਟ ਹੈ ਉਸ ਦੇ ਅਕੋਰਡਿੰਗ। Ramp up with vaccination distribution and extend unemployment aid through the summer. The bill known as American Rescue Plan passed 219 and 212. No Republican voted for it and 2 Democrats voted against it. Republican Kurt Scudder, DeOre and Jared Golden, D. Mane and others ਜਿਹੜੇ ਨੇ ਉਹਨਾਂ ਨੇ ਵੀ ਇਸ ਬਿੱਲ ਬਾਰੇ ਗੱਲ ਕੀਤੀ ਹੈ। ਇਸ ਲਿਖਿਆ ਹੈ ਕਿ no Senate Republican are expected to support the bill. Citing the size and scope, so President will have to count on the 50 Democratic senators and tie-breaking 51's vote from Vice President Kamala Harris to make sure it key pillar remain the bill. ਵੈਲ ਜਦੋਂ ਅਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਇੱਕ ਟਾਈ ਹੈ ਉਹ 2020 ਦਾ ਹੈ, ਔਰ ਜਦੋਂ ਕਮਲਾ ਹੈਰਿਸ ਜਦੋਂ ਇੱਕ ਨੋਟਿਸ ਦਿੰਦੇ ਨੇ ਜਿਹੜੇ ਪੱਖ ਦੇ ਵਿੱਚ ਉਹ ਕਰਦੇ ਜਾਂਦੇ ਨੇ, ਉਸ ਤੋਂ ਬਾਅਦ ਮੈਜੋਰਿਟੀ ਜਿਹੜੀ ਹੈ ਉਹ ਰਿਪਬਲਿਕਨ ਨੂੰ ਨਹੀਂ ਡੈਮੋਕ੍ਰੈਟ ਨੂੰ ਮਿਲ ਜਾਂਦੀ ਹੈ। ਸੋ ਇੱਕ ਤਰੀਕੇ ਦੇ ਨਾਲ ਇਹ ਬਿੱਲ ਦੇ ਲਈ ਇੱਕ ਚੰਗੀ ਖਬਰ ਹੈ, ਅਮਰੀਕਨਸ ਦੇ ਲਈ ਚੰਗੀ ਖਬਰ ਹੈ, ਔਰ ਮੈਨੂੰ ਲੱਗਦਾ ਕਿ ਉਹ ਸਾਰੇ ਜਿਹੜੇ ਕਿ ਰਾਹਤ ਉਡੀਕ ਰਹੇ ਸੀ ਉਹਨਾਂ ਸਾਰਿਆਂ ਦੇ ਲਈ ਇਹ ਵਧੀਆ ਖਬਰ ਹੈ। ਇਸ ਤੋਂ ਇਲਾਵਾ ਦੇਖਿਆ ਜਾਵੇ ਯੂਐਸ ਟੂਡੇ ਨੇ ਲਿਖਿਆ ਹੈ ਵਟ ਵੀ ਨੋ ਦ ਲੇਟੈਸਟ ਔਨ ਟਾਈਗਰ ਵੁੱਡਸ ਰਿਕਵਰੀ ਐਜ਼ ਹੀ ਇਜ਼ ਟ੍ਰਾਂਸਫਰਡ ਟੂ ਦ ਨਿਊ ਹਸਪੀਟਲ। ਵੈਲ ਇਸ ਖਬਰ ਨੂੰ ਜੇ ਪੂਰੀ ਡਿਟੇਲ ਦੇ ਨਾਲ ਪੜ੍ਹਿਆ ਜਾਵੇ ਤਾਂ ਲਿਖਿਆ ਹੈ 2 days after seriously injuring his leg in a single car crash Los Angeles that required emergency surgery, Tiger Woods was moved from Harbor UCLA Medical Center. Dr. Anish Mahajan, interim CEO and Chief Medical Officer of Harbor UCLA, announced the Thursday night that Wood had been transferred to Cedars Sinai Medical Center for continuing orthopedic care and recovery. ਵੈਲ ਇੱਕ ਤਰੀਕੇ ਦੇ ਨਾਲ ਅਚੰਭਾ ਹੈ, ਅੱਛਾ ਕਹਿ ਲਓ ਕਿ ਅਦਭੁਤ ਹੈ ਜਿਹੜਾ ਟਾਈਗਰ ਵੁੱਡ ਦਾ ਇੰਨੀ ਵੱਡੀ ਇੰਨੀ ਹਾਈਟ ਤੋਂ ਥੱਲੇ ਆਉਣਾ ਔਰ ਕ੍ਰੈਸ਼ ਹੋਣਾ, ਇੰਨੀ ਸਪੀਡ ਦੇ ਵਿੱਚ ਹੋਣਾ ਔਰ ਉਸ ਤੋਂ ਬਾਅਦ ਉਹਨਾਂ ਦੀ ਬਚ ਜਾਣਾ ਇੱਕ ਆਪਣੇ ਆਪ ਦੇ ਵਿੱਚ ਅਚੰਭਾ ਹੈ। ਵੈਲ ਉਹਨਾਂ ਨੂੰ ਹੁਣ ਟ੍ਰਾਂਸਫਰ ਕਰ ਦਿੱਤਾ ਗਿਆ ਫॉर ਬੈਟਰ ਆਰਥੋਪੈਡਿਕ ਕੇਅਰ ਦੇ ਲਈ। ਇੱਕ ਬਹੁਤ ਵੱਡੀ ਖਬਰ ਹੈ ਅਮਰੀਕਨਸ ਦੇ ਲਈ, ਅਮਰੀਕਨ ਪੇਸ 3 ਲੋਕਾਂ ਦੇ ਲਈ, ਅਮਰੀਕਨ ਉਹਨਾਂ ਲੋਕਾਂ ਦੇ ਲਈ ਜਿਹੜੇ ਗੋਲਫ ਨੂੰ ਪਿਆਰ ਕਰਦੇ ਨੇ, ਅਮਰੀਕਾ ਸਪੋਰਟਸ ਦੇ ਲਈ ਇੱਕ ਵੱਡੀ ਖਬਰ ਹੈ। ਇਸ ਤੋਂ ਇਲਾਵਾ ਜੇ ਯੂਐਸ ਟੂਡੇ ਦੀ ਗੱਲ ਕੀਤੀ ਜਾਵੇ, ਬਹੁਤ ਸਾਰੀਆਂ ਹੋਰ ਖਬਰ ਜਿਹੜੀਆਂ ਨੇ ਉਹਨਾਂ ਨੂੰ ਵੀ ਇਹਨਾਂ ਨੇ ਹੈਡਲਾਈਨ ਬਣਾ ਕੇ ਪੇਸ਼ ਕੀਤਾ ਹੈ, ਜਿਹਦੇ ਵਿੱਚ ਇੱਕ ਖਬਰ ਜਿਹੜੀ ਹੈ ਬਾਈਡਨ ਸਾਹਿਬ ਦਾ ਕੱਲ੍ਹ ਟੈਕਸਸ ਦੇ ਵਿੱਚ ਜਾਣਾ, ਉੱਥੋਂ ਦੇ ਟੈਕਸਸ ਜਿਹੜੀ ਹੈ ਉੱਥੇ ਦੀ ਇੱਕ ਲੋਕਲ ਚੈਨਲ ਦੇ ਨਾਲ ਇੰਟਰਵਿਊ ਕਰਨਾ, ਉੱਥੋਂ ਦੇ ਬੇਸ ਚੈਨਲ ਨਾਲ ਇੰਟਰਵਿਊ ਕਰਨਾ ਇੱਕ ਆਪਣੇ ਆਪ ਦੇ ਵਿੱਚ ਵੱਡੀ ਨਿਊਜ਼ ਬਣ ਰਹੀ ਹੈ। ਲਿਖਿਆ ਹੈ ਵੀ ਆਰ ਇਨ ਫॉर ਦ ਲੌਂਗ ਹਾਲ, ਬਾਈਡਨ ਵਿਜ਼ਿਟ ਟੈਕਸਸ ਫੋਲੋਇੰਗ ਸਟਰੋਂਗ ਪ੍ਰੋਮਿਸ ਇਨਕਰੀਜ਼ ਕੋਵਿਡ ਰਿਲੀਫ। ਵੈਲ ਇਸ ਖਬਰ ਦੀ ਡਿਟੇਲ ਪੜ੍ਹੀਏ ਤਾਂ ਲਿਖਿਆ ਹੈ about 1 week after Texas was ravaged by a winter storm that left millions without electricity and water for days, President Joe Biden went down to the Lone Star State to survey the damage and take on his role for consoler in chief. ਜਦੋਂ ਅਸੀਂ ਬਾਈਡਨ ਸਾਹਿਬ ਦੀ ਗੱਲ ਕਰਦੇ ਹਾਂ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਬਾਈਡਨ ਸਾਹਿਬ ਤੋਂ ਅਸੀਂ ਇਹ ਆਸ ਕਰਦੇ ਹਾਂ, ਇਹ ਸਾਡੇ ਕੋਲੇ ਲੱਗਦਾ ਹੈ ਸਾਨੂੰ ਕਿ ਉਹ ਇੱਦਾਂ ਦੇ ਨੇਤਾ ਨੇ ਜਿਹੜੇ ਕਿ ਪਹਿਲਾਂ ਐਕਸਟਰਨਲ ਅਫੇਅਰ ਮਿਨਿਸਟਰੀ ਦੇ ਵਿੱਚ ਰਹਿ ਚੁੱਕੇ ਨੇ। ਹੀ ਨੋ ਦ ਨਰਵਸ, ਉਹ ਇੱਕ ਤਰੀਕੇ ਨਾਲ ਨਬਜ਼ ਫੜਦੇ ਨੇ ਲੋਕਾਂ ਦੀ, ਉਹਨਾਂ ਨੂੰ ਪਤਾ ਹੈ ਕਿ ਕਿੱਥੇ ਰਾਈਟ ਸਟੈਪ ਲੈਣਾ ਹੈ। ਟੈਕਸਸ ਦੇ ਵਿੱਚ ਜਾਣਾ, ਉੱਥੇ ਲੋਕਾਂ ਦੇ ਨਾਲ ਗੱਲਬਾਤ ਕਰਨੀ, ਉੱਥੋਂ ਨੂੰ ਇਹ ਕਹਿਣਾ ਕਿ ਕੋਵਿਡ ਨੂੰ ਲੈ ਕੇ ਅਸੀਂ ਬੜੇ ਗੰਭੀਰ ਤਰੀਕੇ ਨਾਲ ਸੋਚ ਰਹੇ ਹਾਂ, ਅਸੀਂ ਸਾਰੇ ਇਕੱਠੇ ਹਾਂ, ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਹੈ ਇਸ ਟਾਈਮ ਦੀ। ਵੈਲ ਇਸ ਨਿਊਜ਼ ਦੀ ਡਿਟੇਲ ਦੀ ਗੱਲ ਕਰਾਂ ਤੇ ਲਿਖਿਆ ਹੈ
I wanted to visit Texas today for a couple of reasons. First and foremost, to let the people of Texas know our prayers are with you in the aftermath of this winter storms, Biden said in a remark following a stop at COVID 19 vaccine distribution in Houston. Secondly, to let you know that will be a partner to help you recover and rebuild from the storm and this pandemic and economic crisis. Well, मैं वही कह रहा कि उन्होंने पता है कि नब्ज़ कदों फड़नी है, कदों किहड़ी स्टेटमेंट जानी है, और ये स्टेटमेंट अपने आप दे विच पूरी स्टेटमेंट है, या कह लो कि लोगों को मुतमीन करने वाली स्टेटमेंट है, सैटिस्फाई करने वाली स्टेटमेंट है, और ये समय की वड्डी लोड़ भी है। ये सी US टुडे। अगे वधदे हैं तो देखते वॉल स्ट्रीट जर्नल ने किहड़ियां खबरां नूं हैडलाइन बनाया है। ਜਦੋਂ ਵਾਲ ਸਟਰੀਟ ਜਰਨਲ ਦੀ ਮੈਂ ਗੱਲ ਕਰਦਾ ਹੁੰਦਾ ਤੇ ਮੈਂ ਅਕਸਰ ਕਹਿੰਦਾ ਕਿ ਵਾਲ ਸਟਰੀਟ ਜਰਨਲ ਹਮੇਸ਼ਾ ਇਕਨੋਮੀ ਨੂੰ ਅੱਗੇ ਰੱਖਦਾ ਹੈ, ਤੇ ਜੇ ਅੱਜ ਦੀ ਹੈਡਲਾਈਨ ਦੀ ਗੱਲ ਕੀਤੀ ਜਾਵੇ ਤੇ ਉਹ ਵੀ ਇਕਨੋਮੀ ਦੇ ਨਾਲ ਮਿਲਦੀ ਜੁਲਦੀ ਹੈ, ਔਰ ਲਿਖਿਆ ਹੈ ਹਾਊ ਰੈਡਿਡ Rangers helped theatre giant AMC avoid a tragic end। ਵੈਲ ਇੱਕ ਤਰੀਕੇ ਦੇ ਨਾਲ ਅਮਰੀਕਾ ਸਾਰੇ ਡਿਸਕਸ ਕਰ ਰਹੇ ਨੇ ਕਿ ਕਿਵੇਂ ਰੈਡਿਟ ਨੇ ਹੈਲਪ ਕੀਤੀ ਹੈ। ਲਿਖੋ frenzy rally that began with the video game retailer GameStop Corp boosted the fortunes of the world's largest movie theater chain, aiding AMC Entertainment Holding inclusive in its year-long quest to survive the pandemic. No one was more surprised by the turn of events than AMC chief executive Adam Aron. I was completely oblivious to GameStop, Mr. Aron said. I had never heard of them। ਵੈਲ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਟੇਟਮੈਂਟ ਹੈ, ਔਰ ਮੈਂ ਅਕਸਰ ਕਹਿੰਦਾ ਹੁੰਦਾ ਕਿ ਜੋ ਅਸੀਂ ਆਪਟੀਮਿਸਟਿਕ ਹਾਂ, ਅਸੀਂ ਪੋਜ਼ੀਟਿਵ ਹਾਂ, ਅਸੀਂ ਸੋਚ ਰਹੇ ਹਾਂ ਕਿ ਜ਼ਿੰਦਗੀ ਦਾ ਇੱਕ ਉਹ ਪਾਸਾ ਹੈ ਜਿਹੜਾ ਹਮੇਸ਼ਾ ਸਾਨੂੰ ਸਿਹਤ ਦੇਗਾ, ਹੋਪ ਦੇਗਾ, ਰੇਜ਼ ਆਫ ਹੋਪ ਹੈ, ਉਹ ਇੱਕ ਤਰੀਕੇ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਆਉਂਦਾ ਹੈ। ਔਰ ਜੇ ਮੈਂ ਹੁਣ ਗੱਲ ਕਰਾਂ AMC ਦੀ, ਤੇ ਉਹਨਾਂ ਦੇ ਲਈ ਵੀ ਗੇਮ ਸਟਾਪ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਹੋਪ ਹੈ, ਔਰ ਉਹਨਾਂ ਦੀ ਹੈਲਪ ਕਰ ਰਿਹਾ ਹੈ ਇਸ ਗੈਂਡ ਨੂੰ ਬਚਾਉਣ ਦੇ ਲਈ। ਇਹ ਇਹਨਾਂ ਨੇ ਹੈਡਲਾਈਨ ਬਣਾਈ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਟ੍ਰਿਲੀਅਨ ਯਾਨੀ ਕਿ ਰਿਲੀਫ ਫੰਡ ਜਿਹੜਾ ਹੈ, ਕਰੋਨਾ ਰਿਲੀਫ ਫੰਡ ਹੈ, ਉਸ ਨੂੰ ਹੈਡਲਾਈਨ ਬਣਾਇਆ ਹੈ। ਲਿਖਿਆ ਹੈ ਹਾਊਸ ਪਾਸਿਸ $1.9 trillion COVID aid bill, Democrats debate minimum wage path। The House passed a $1.9 trillion COVID-19 relief package, sending the legislation to the Senate as Democrats faced intra-party rifts over the future of workers' pay increases। The measure passed early Saturday largely along party lines, 219 to 212, with 2 Democrats joining all Republican in opposition। ਵੈਲ ਇਸ ਡਿਟੇਲ ਦੀ ਦਿੱਤੀ ਗੱਲ ਕੀਤੀ ਹੈ। ਇਸ ਤੋਂ ਬਾਅਦ ਇਹ ਹੈ ਕਲੀਅਰ ਹੋ ਜਾਂਦਾ ਹੈ ਕਿ 1400 ਜਿਹੜਾ ਡਾਲਰ ਹੈ ਉਹ ਤਕਰੀਬਨ ਹਰ ਅਮਰੀਕਨਸ ਦੇ ਅਕਾਊਂਟ ਦੇ ਵਿੱਚ ਆਏਗਾ, ਔਰ ਇਹ ਕਰੋਨਾ ਰਿਲੀਫ ਫੰਡ ਹੈ, ਔਰ ਮਿਨੀਮਮ ਵੇਜਿਸ ਦੇ ਨਾਲ ਹਿੱਟ ਕਰ ਰਿਹਾ ਹੈ। ਕਮੈਲਾ ਹੈਰਿਸ ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਕੰਮ ਹੈ, ਉਹਨਾਂ ਦਾ ਵੋਟ ਬੈਂਕ ਦਾ ਕੰਮ ਹੈ, ਕਿਉਂਕਿ ਉਹਨਾਂ ਦੀ ਵੋਟ ਨੇ ਡਿਸਾਈਡ ਕਰਨਾ ਸੀ ਕਿ ਇਹ ਪਾਸ ਹੋਣਾ ਹੈ ਕਿ ਨਹੀਂ ਹੋਣਾ, ਕਿਉਂਕਿ 50 ਔਰ 51 ਦੀ ਰੇਸ਼ੋ ਦੇ ਨਾਲ ਇਹ ਬਿੱਲ ਪਾਸ ਹੋ ਗਿਆ। ਵੈਲ ਇਹ ਸੀ ਵਾਲ ਸਟਰੀਟ ਜਰਨਲ। ਅੱਗੇ ਦੇਖਣਾ ਵਾਸ਼ਿੰਗਟਨ ਪੋਸਟ ਨੇ ਕੀ ਲਿਖਿਆ ਹੈ। ਵੈਲ ਵਾਸ਼ਿੰਗਟਨ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਵਾਸ਼ਿੰਗਟਨ ਪੋਸਟ ਨੇ ਵੀ ਇੱਕ ਇਹ ਵਾਲੀ ਖਬਰ ਯਾਨੀ ਕਿ $1.9 trillion ਵਾਲੀ ਖਬਰ ਜਿਹੜੀ ਹੈ ਉਹਨੂੰ ਹੈਡਲਾਈਨ ਬਣਾਇਆ ਹੈ। ਲਿਖਿਆ ਹੈ ਹਾਊਸਸ ਪਾਸਿਸ $1.9 trillion stimulus despite setback on minimum wages। ਔਰ ਜੇ ਇਸ ਖਬਰ ਦੀ ਡਿਟੇਲ ਦੇਖੀਏ ਤਾਂ ਹਰ ਵਾਰ ਦੀ ਤਰ੍ਹਾਂ ਇਹਨਾਂ ਨੇ ਹੈਡਿੰਗ ਬਣਾ ਕੇ ਜਿਹੜਾ ਹੈ ਲਿਖਿਆ ਹੈ, ਲਿਖ ਰਹੇ ਨੇ ਪ੍ਰੈਜ਼ੀਡੈਂਟ ਬਾਈਡਨ ਵਾਈਡ ਰੇਂਜਿੰਗ ਰਿਲੀਫ ਬਿੱਲ cleared the House early Saturday over unanimous GOP opposition। It now heads to the Senate। ਵੈਲ ਸੈਨੇਟ ਦਾ ਕੀ ਹੁੰਦਾ ਹੈ ਇਹ ਤਾਂ ਟਾਈਮ ਦੱਸੇਗਾ, ਕਿਉਂਕਿ ਪਰ ਫਿਲਹਾਲ ਇਹ ਲੱਗਦਾ ਕਿ ਸੈਨੇਟ ਦੇ ਵਿੱਚੋਂ ਵੀ ਈਜ਼ੀਲੀ ਪਾਸ ਹੋ ਜਾਏਗਾ, ਕਿਉਂਕਿ ਡੈਮੋਕ੍ਰੇਟਸ ਜਿਹੜੇ ਨੇ ਉੱਥੇ ਕਾਫੀ ਨੇ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਇਨ ਅ ਸਟਾਰਮ ਸਟ੍ਰਕ ਟੈਕਸਸ ਬਾਈਡਨ ਪਰਸਨਲ ਟੱਚ ਇਜ਼ ਮਿਊਟਿਡ ਬਾਏ ਦ ਪੈਂਡੇਮਿਕ। ਟੈਕਸਸ ਜਾਣਾ ਔਰ ਟੈਕਸਸ ਜਾ ਕੇ ਇੱਕ ਪਾਵਰ ਗੱਲ ਕਰਨੀ ਕਿ ਤੁਸੀਂ ਸਾਡੀਆਂ ਪ੍ਰੇਅਰਸ ਦੇ ਵਿੱਚ ਹੋ, ਔਰ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ, ਔਰ ਆਫਟਰਮਾਥ ਆਫ ਦ ਸਟੋਰਮ ਅਸੀਂ ਹਮੇਸ਼ਾ ਚਾਹਾਂਗੇ ਕਿ ਅਸੀਂ ਤੁਹਾਡੇ ਭਲੇ ਦੇ ਲਈ ਕੰਮ ਕਰੀਏ। ਇੱਕ ਆਪਣੇ ਆਪ ਦੇ ਵਿੱਚ ਸਟੇਟਮੈਂਟ ਹੈ, ਔਰ ਇਹਨੂੰ ਹਰ ਖਬਰ ਜਿਹੜੀ ਹੈ ਹਰ ਨਿਊਜ਼ਪੇਪਰ USA ਦਾ ਛਾਪ ਰਿਹਾ ਹੈ। ਅੱਗੇ ਦੇਖਦਾ ਨਿਊਯਾਰਕ ਟਾਈਮਸ ਨੇ ਜਿਹੜਾ ਕੀ ਲਿਖਿਆ ਹੈ। ਨਿਊਯਾਰਕ ਟਾਈਮਸ ਦੀ ਗੱਲ ਕੀਤੀ ਜਾਵੇ ਤਾਂ ਨਿਊਯਾਰਕ ਟਾਈਮਸ ਨੇ ਵੀ ਕੋਈ ਮਤਲਬ ਇਹ ਕਹਿ ਲਓ ਕਿ ਕੋਈ ਦੂਸਰੀ ਬੀਟ ਨੂੰ ਨਹੀਂ ਫੜਿਆ, ਸਗੋਂ ਉਹਨਾਂ ਨੇ ਲਿਖਿਆ ਕਿ ਹਾਊਸ ਪਾਸਿਸ $1.9 trillion stimulus as a Democrat try to salvage wage raise। In a nearly party line vote, the House passed President Biden's pandemic aid bill that would provide $1 billion for the unemployment and vaccine distribution। The bill, which includes a $15 minimum wage proposal, now heads to the Senate, where it faces long odds and expected to amend substantially।
ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਇੱਕ ਵੱਡੀ ਖਬਰ ਜਿਹੜੀ ਛਪੀ ਹੋਈ ਹੈ ਉਹ ਹੈ ਖਸ਼ੋਗੀ ਨੂੰ ਲੈ ਕੇ, ਯਾਨੀ ਕਿ ਸਾਊਦੀ ਅਰੇਬੀਆ ਦੇ ਇਸ ਜਰਨਲਿਸਟ ਨੂੰ ਲੈ ਕੇ ਖਬਰ ਬਣੀ ਹੋਈ ਹੈ। ਲਿਖਿਆ US ਰਿਪੋਰਟ ਹੋਲਡ ਸਾਊਦੀ ਕਰਾਊਨ ਪ੍ਰਿੰਸ ਰਿਸਪੌਂਸਿਬਲ ਫॉर ਖਸ਼ੋਗੀਜ਼ ਕਿਲਿੰਗ। American intelligence agencies concluding that Crown Prince Mohammed bin Salman of Saudi Arabia approved the plan to ਕਿਲ ਜਮਾਲ ਖਸ਼ੋਗੀ। ਵੈਲ ਕਮਾਲ ਖਸ਼ੋਗੀ ਜਿਹੜੇ ਨੇ ਉਹ ਜਰਨਲਿਸਟ ਸੀਗੇ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਪਰ ਹੁਣ ਇੱਕ ਅਮਰੀਕਾ ਨੇ ਪਹਿਲੀ ਤਾਂ ਇਹ ਗੱਲ ਹੈ ਕਿ ਅਮਰੀਕਾ ਪਹਿਲੀ ਵਾਰ ਐਡਾ ਬੋਲਡ ਔਰ ਵੱਡਾ ਸਟੈਪ ਲੈ ਰਿਹਾ ਹੈ ਇਹ ਦੱਸਣ ਦੇ ਲਈ ਕਿ ਇੰਟੈਲੀਜੈਂਸ ਦੀ ਸਾਨੂੰ ਪਤਾ ਹੈ, ਰਿਪੋਰਟ ਪਤਾ ਹੈ, ਉਹਦੇ ਵਿੱਚ ਉਹਨਾਂ ਨੇ ਕਲੇਮ ਕੀਤਾ ਕਿ ਸਲਮਾਨ ਜਿਹੜੇ ਕਿ ਉੱਥੇ ਦੇ ਕਰਾਊਨ ਪ੍ਰਿੰਸਸ ਨੇ ਉਹਨਾਂ ਦਾ ਪੂਰਾ ਹੱਥ ਸੀ ਉਸ ਦੇ ਕਤਲ ਦੇ ਵਿੱਚ। ਐਂਡ ਉਹਨਾਂ ਨੇ ਕਿਹਾ ਕਿ ਲੇਟਰ ਜਿਹੜਾ ਬ੍ਰਾਈਡਨ ਸਾਹਿਬ ਦੀ ਕੱਲ੍ਹ ਸਟੇਟਮੈਂਟ ਆਈ ਸੀ, ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਜਲਦ ਗੱਲ ਕਰਾਂਗੇ ਸਾਊਦੀ ਅਰੇਬੀਆ ਨਾਲ ਹਿਊਮਨ ਰਾਈਟਸ ਦੀ ਵਾਇਲੇਸ਼ਨ ਨੂੰ ਲੈ ਕੇ। ਇੱਕ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੈ। ਫਿਲਹਾਲ ਅੱਗੇ ਦੇਖਦੇ ਹਾਂ ਕਿ ਇੰਡੀਅਨ ਨੈਸ਼ਨਲ ਨੇ ਅੱਜ ਕੀ ਛਾਪਿਆ ਹੈ, ਯਾਨੀ ਕਿ ਇੰਡੀਅਨ ਨੈਸ਼ਨਲ ਨਿਊਜ਼ਪੇਪਰ ਨੇ ਕੀ ਛਾਪਿਆ ਹੈ। ਸਭ ਤੋਂ ਪਹਿਲਾਂ ਇੰਗਲਿਸ਼ ਟ੍ਰਿਬਿਊਨ। ਜੇ ਇੰਗਲਿਸ਼ ਟ੍ਰਿਬਿਊਨ ਦੀ ਗੱਲ ਕੀਤੀ ਜਾਵੇ ਤੇ ਇੰਗਲਿਸ਼ ਟ੍ਰਿਬਿਊਨ ਨੇ ਸਭ ਤੋਂ ਪਹਿਲਾਂ ਤੇ ਅੱਜ ਜਿਹੜੀ ਹੈਡਲਾਈਨ ਬਣਾਈ ਹੈ, ਲਿਖਿਆ 4 states UT go to poll from March 27। 4 ਸਟੇਟ ਨੇ ਔਰ ਇੱਕ UT ਹੈ ਜਿਹੜੀ ਕਿ ਜਿਹਨਾਂ ਦੀ ਅਗਲੇ ਮਤਲਬ ਇਸ ਮਹੀਨੇ ਜਿਹੜਾ ਚੜ੍ਹ ਰਿਹਾ ਮਹੀਨਾ ਹੈ ਯਾਨੀ ਮਾਰਚ 27 ਤੋਂ ਇਲੈਕਸ਼ਨ ਹੋਣੇ ਸ਼ੁਰੂ ਨੇ। ਵੈਲ ਇਸ ਖਬਰ ਦੀ ਡਿਟੇਲ ਪੜ੍ਹ ਰਿਹਾ ਹਾਂ। ਲਿਖਿਆ ਵੈਸਟ ਬੰਗਾਲ ਜਿੱਥੇ ਕਿ 294 ਸੀਟਸ ਨੇ, ਅਸਮ ਜਿੱਥੇ 126 ਸੀਟਸ ਨੇ, ਤਾਮਿਲਨਾਡੂ ਜਿੱਥੇ 234 ਸੀਟਸ ਨੇ, ਕੇਰਲਾ 140 ਸੀਟਸ ਨੇ, ਪੌਂਡੀਚੇਰੀ ਜਿੱਥੇ 30 ਸੀਟਸ ਨੇ। ਜੇ ਫੇਸਿਸ ਦੀ ਗੱਲ ਕੀਤੀ ਜਾਵੇ ਕਿ ਕਿੰਨੇ ਫੇਸ ਦੇ ਵਿੱਚ ਇਲੈਕਸ਼ਨਸ ਹੋਣੇ ਹੈ, ਤੇ ਵੈਸਟ ਬੰਗਾਲ 8 ਫੇਸ ਦੇ ਵਿੱਚ ਜਿਹੜੇ ਨੇ ਇਲੈਕਸ਼ਨਸ ਹੋਣਗੇ। ਅਸਮ ਦੀ ਗੱਲ ਕੀਤੀ ਜਾਵੇ ਤਾਂ 3 ਫੇਸ ਦੇ ਵਿੱਚ ਇਲੈਕਸ਼ਨਸ ਹੋਣੇ ਆ, ਤਾਮਿਲਨਾਡੂ, ਕੇਰਲਾ ਐਂਡ ਪੌਂਡੀਚੇਰੀ ਦੇ ਵਿੱਚ ਇੱਕ ਫੇਸ ਦੇ ਵਿੱਚ ਇਲੈਕਸ਼ਨਸ ਹੋਣੇ ਨੇ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਦੀ, ਚੀਫ ਇਲੈਕਸ਼ਨ ਕਮਿਸ਼ਨਰ ਸੁਨੀਲ ਅਰੋੜਾ ਵਿਲ ਡੀਮਿਟ office on April 13. The challenge of the Bihar election was indeed a watershed moment. It proved to be litmus test, he said. ਵੈਲ ਇਹ ਸੀ ਹੈਡਲਾਈਨ। ਇਸ ਤੋਂ ਇਲਾਵਾ ਜੇ ਹੈਡਲਾਈਨ ਦੀ ਗੱਲ ਕੀਤੀ ਜਾਵੇ ਚਾਈਨਾ ਨੂੰ ਲੈ ਕੇ, ਇੰਡੀਆ ਚਾਈਨਾ ਨੂੰ ਲੈ ਕੇ ਜਿਹੜੀ ਟਸਲ ਹੈ ਉਸ ਨੂੰ ਲੈ ਕੇ ਹੈਡਲਾਈਨ ਬਣਾਈ ਹੈ। ਲਿਖਿਆ ਇੰਡੀਆ ਚਾਈਨਾ ਐਗਰੀ ਟੂ ਸੈਟ ਅਪ ਹੌਟਲਾਈਨ ਸੌਰਟਿੰਗ ਆਊਟ ਇਸ਼ੂਜ਼। ਵੈਲ ਇਸ ਖਬਰ ਨੂੰ ਜਿਵੇਂ ਪੜ੍ਹਾ ਤੇ ਲਿਖਿਆ ਹੈ normalcy at line of actual control basis for restoring bilateral ties for run, Minister Jaishankar says. But Chinese counterpart Wang is lit differs and लिखा कि border issue is not the whole story of China-India relation, he claims। ਉਹਨਾਂ ਨੂੰ ਲੱਗਿਆ ਕਿ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਇਸ਼ੂਜ਼ ਨੇ ਜਿਹਨੂੰ ਅਸੀਂ ਬਿਜ਼ਨਸ ਇਸ਼ੂ ਕਹਿੰਦੇ ਹਾਂ, ਟੈਕਸ ਇਸ਼ੂਜ਼ ਕਹਿੰਦੇ ਹਾਂ, ਐਂਡ ਇਸ ਦੇ ਉੱਤੇ ਜਿਹੜੇ ਕਿ LAC ਦੇ ਉੱਤੇ ਹੀ ਨਹੀਂ ਇਕੱਲੇ ਬਿਲੈਟਰਲ ਇਸ਼ੂ ਟਿਕੇ ਹੋਏ। ਵੈਲ ਜੇ ਥੋੜ੍ਹੀ ਜਿਹੀ ਗੱਲ ਕੀਤੀ ਜਾਵੇ ਤੇ ਥੋੜ੍ਹੀ ਜਿਹੀ ਗੱਲ ਇਸ ਤਰੀਕੇ ਦੇ ਨਾਲ ਕੀਤੀ ਜਾਵੇ ਕਿ ਇਸ ਨੂੰ ਥੋੜ੍ਹਾ ਜਿਹਾ ਪੜ੍ਹ ਲਿਆ ਜਾਵੇ ਤਾਂ ਨਿਊਜ਼ ਦੇ ਵਿੱਚ ਲਿਖਿਆ ਹੈ India and China have agreed to set up a hotline between their foreign minister to sort out an issue, even as New Delhi told Beijing that disengage from troops all of I think it's very important ਜਿਹੜਾ ਅਸੀਂ ਗੱਲ ਕਰ ਰਹੇ ਹਾਂ ਕਿ ਦੋਹਾਂ ਨੇ ਡਿਸੈਂਜਨ ਕਰ ਲਿਆ ਸੀ, ਆਪਣੇ ਜਿਹੜੇ ਟਰੂਪ ਸੀਗੇ ਉਹਨਾਂ ਨੂੰ ਜਿਹੜਾ ਗਲਵਾਨ ਘਾਟੀ ਤੋਂ ਹਟਾ ਲਿਆ ਸੀਗਾ। ਹਾਲਾਂਕਿ ਬੇਸ ਦੇ ਉੱਤੇ ਹੱਲੇ ਵੀ ਨੇ, ਬੇਸ ਨੂੰ ਉਹਨਾਂ ਨੇ ਨਹੀਂ ਛੱਡਿਆ ਦੋਹਾਂ ਧਿਰਾਂ ਨੇ, ਪਰ ਇਹਨੂੰ ਇੱਕ ਚੰਗਾ ਮੌਕਾ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਵੀ ਸ਼ੇਪਡ ਰਿਕਵਰੀ GDP ਬੈਕ ਟੂ ਪੋਜ਼ਿਟਿਵ ਪੋਸਟ 2 ਕੁਆਰਟਰ ਡਿਕਲਾਈਨ। ਵੈਲ ਜੋ ਗਵਰਨਮੈਂਟ ਕਲੇਮ ਕਰ ਰਹੀ ਹੈ ਉਸ ਨੂੰ ਇਹਨਾਂ ਨੇ ਛਾਪਿਆ ਹੈ। 0.4% ਗਰੋਥ ਓਇੰਗ ਟੂ ਗੁੱਡ ਸ਼ੋ ਇਨ ਫਾਰਮਿੰਗ, ਸਰਵਿਸਿਜ਼, ਮੈਨੂਫੈਕਚਰਿੰਗ ਐਂਡ ਕੰਸਟਰਕਸ਼ਨ। ਇੱਕ ਗਵਰਨਮੈਂਟ ਕਲੇਮ ਕਰ ਰਹੀ ਹੈ, ਪਰ ਲਗਾਤਾਰ ਇਹ ਕਹਿ ਲਓ ਕਿ ਸਰਜ ਹੋ ਰਿਹਾ ਹੈ, ਜਿਹੜਾ ਕਿ ਆਪਾਂ ਕਹਿੰਦੇ ਹਾਂ ਕਿ ਵਾਟਰ ਜੇ ਸਰਜ ਹੋ ਰਿਹਾ ਹੈ ਲਗਾਤਾਰ, ਅਸੀਂ ਕਹਿ ਲਈਏ ਕਿ ਪੈਟਰੋਲੀਅਮ ਸਰਜ ਹੋ ਰਿਹਾ ਹੈ, ਬਹੁਤ ਸਾਰੇ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਪ੍ਰਾਈਸ ਸਰਜ ਹੋ ਰਹੇ ਨੇ, ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਗ੍ਰੇਨ ਟ੍ਰੇਨ ਹਾਲਟਿਡ ਇਨ ਮੋਗਾ, ਇੱਕ ਵੱਡੀ ਹੈਡਲਾਈਨ ਹੈ। 2 veteran apply for pre-arrest bail. 2 ex-servicemen have moved the Delhi High Court seeking anticipatory bail for fearing they will be implicated in the case for banking farmers' tale. Well, ਇਹ ਬਹੁਤ ਵੱਡੀ ਗੱਲ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ from March 1 pick-up center for ਜੋਬ, ਲਾਈਕ ਮਾਰਚ 1 ਤੋਂ ਸੈਕਿੰਡ ਫੇਜ਼ ਦੇ ਜਿਹੜਾ ਵੈਕਸੀਨੇਸ਼ਨ ਹੈ ਕਰੋਨਾ ਦੀ ਉਹ ਸ਼ੁਰੂ ਹੋ ਜਾਣੀ ਹੈ, ਉਸ ਨੂੰ ਲੈ ਕੇ ਹੈਡਲਾਈਨ ਬਣਾਈ ਸੀ। ਇਹ ਹੈ ਇੰਗਲਿਸ਼ ਟ੍ਰਿਬਿਊਨ। ਇਸ ਤੋਂ ਬਾਅਦ ਦੇਖਦੇ ਹਾਂ ਪੰਜਾਬੀ ਟ੍ਰਿਬਿਊਨ ਨੇ ਕੀ ਲਿਖਿਆ ਹੈ। ਜੇ ਪੰਜਾਬੀ ਟ੍ਰਿਬਿਊਨ ਦੀ ਗੱਲ ਕੀਤੀ ਜਾਵੇ ਤਾਂ ਲਿਖਿਆ ਹੈ ਕਿ 5 ਰਾਜਾਂ ਲਈ ਚੋਣ ਬਿਗਲ ਬਚਿਆ। ਮਤਦਾਨ 27 ਮਾਰਚ ਤੋਂ 29 ਅਪ੍ਰੈਲ ਤੱਕ, ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।
ਆਦਰਸ਼ ਚੋਣ ਜਾਬਤਾ ਲਾਗੂ, ਕੋਵਿਡ-19 ਦਿਸ਼ਾ ਨਿਰਦੇਸ਼ ਕਰਕੇ VOTING ਲਈ 1 ਘੰਟੇ ਦਾ ਵਾਧੂ ਸਮਾਂ ਮਿਲੇਗਾ। ਚੋਣ ਅਮਲ 'ਚ ਸ਼ਾਮਲ ਸਾਰੇ ਅਧਿਕਾਰੀਆਂ ਦਾ ਟੀਕਾਕਰਨ ਹੋਵੇਗਾ ਲਾਜ਼ਮੀ। ਪੱਛਮ ਬੰਗਾਲ ਦੀ ਗੱਲ ਕੀਤੀ ਜਾਵੇ ਤੇ ਉੱਥੋਂ ਦੇ ਮਮਤਾ ਬੈਨਰਜੀ ਨੇ ਇੱਕ ਸਟੇਟਮੈਂਟ ਦਿੱਤੀ ਹੈ। ਲਿਖਿਆ ਕਿ ਚੁਸਤ ਚਲਾਕੀਆਂ ਦੇ ਬਾਵਜੂਦ ਚੋਣਾਂ ਜਿੱਤਾਂਗੀ ਮਮਤਾ ਬੈਨਰਜੀ। ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਸੂਬੇ 'ਚ 8 ਪੜਾਵੀ ਚੋਣ ਪ੍ਰੋਗਰਾਮ ਐਲਾਨ ਕੇ ਵਿਖਾਈ ਚੁਸਤ ਚਲਾਕੀ ਦੇ ਬਾਵਜੂਦ ਵੀ ਚੋਣਾਂ ਜਿੱਤੇਗੀ। ਇਸ ਨੂੰ ਇਹਨਾਂ ਨੇ ਹੈਡਲਾਈਨ ਬਣਾਇਆ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਹੋਰ ਹੈਡਲਾਈਨ ਦੀ, ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਕੌਰ ਜੇਲ੍ਹ 'ਚੋਂ ਰਿਹਾ, ਇਹਨੂੰ ਵੀ ਹੈਡਲਾਈਨ ਬਣਾਇਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਰਾਦਾ ਕਤਲ ਕੇਸ ਵਿੱਚ ਜ਼ਮਾਨਤ ਮਨਜ਼ੂਰ, ਕਾਗਜ਼ੀ ਕਾਰਵਾਈ ਮਗਰੋਂ ਦੇਰ ਰਾਤ ਕਰਨਾਲ ਜੇਲ੍ਹ 'ਚੋਂ ਹੋਈ ਰਿਹਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਸਿੰਘ ਨੂੰ ਇਰਾਦਾ ਕਤਲ ਤੇ ਹੋਰਨਾਂ ਦੋਸ਼ਾਂ ਤਹਿਤ ਦਰਜ ਕੇਸ ਵਿੱਚ ਕੱਲ੍ਹ ਜ਼ਮਾਨਤ ਦੇ ਦਿੱਤੀ। ਨੌਦੀਪ ਨੂੰ ਹਰਿਆਣਾ ਦੇ ਸੋਨੀਪਤ ਵਿੱਚ ਸਨਅਤੀ ਇਕਾਈ ਦੇ ਕਥਿਤ ਘਿਰਾਓ ਤੇ ਕੰਪਨੀ ਤੋਂ ਜਬਰੀ ਉਗਰਾਹੀ ਦੇ ਦੋਸ਼ ਵਿੱਚ 12 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਦੀਪ ਸਿੱਧੂ ਨੂੰ ਲੈ ਕੇ ਵੀ ਇਹਨਾਂ ਨੇ ਖਬਰ ਬਣਾਈ ਹੈ। ਲਿਖਿਆ, ਦੀਪ ਸਿੱਧੂ ਨੇ ਜੇਲ੍ਹ ਵਿੱਚ ਸੁਰੱਖਿਆ ਵਾਸਤੇ ਅਰਜੀ ਵਾਪਸ ਲਈ। ਗਣਤੰਤਰ ਦਿਵਸ ਹਿੰਸਾ ਮਾਮਲੇ 'ਚ ਮੁੱਖ ਮੁਲਜ਼ਮ ਪੰਜਾਬੀ ਅਦਾਕਾਰ ਤੇ ਗਾਇਕ ਦੀਪ ਸਿੱਧੂ ਨੇ ਜੇਲ੍ਹ ਵਿੱਚ ਸੁਰੱਖਿਆ ਦੀ ਮੰਗ ਲਈ ਅਦਾਲਤ ਵਿੱਚ ਦਾਇਰ ਅਰਜੀ ਵਾਪਸ ਲੈ ਲਈ ਹੈ। ਸਿੱਧੂ ਨੂੰ ਜੇਲ੍ਹ ਵਿਚਲੇ ਵੱਖਰੇ ਸੈੱਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਵਿੱਚ ਮਗਰੋਂ ਉਸਨੇ ਇਹ ਫੈਸਲਾ ਲਿਆ ਕਿ ਇਸ ਦੌਰਾਨ ਸਿੱਧੂ ਨੇ ਨਿਰਪੱਖ ਜਾਂਚ ਦੀ ਮੰਗ ਕਰਦੀ ਵੱਖਰੀ ਪਟੀਸ਼ਨ ਵਿੱਚ ਦਾਅਵਾ ਕੀਤਾ ਸੀ ਕਿ ਉਸਨੇ ਦਿੱਲੀ 'ਚ ਹੋਈ ਹਿੰਸਾ ਨੂੰ ਹਵਾ ਨਹੀਂ ਦਿੱਤੀ, ਬਲਕਿ ਹਜੂਮ ਨੂੰ ਸ਼ਾਂਤ ਕਰਕੇ ਪੁਲਿਸ ਦੀ ਹੀ ਮਦਦ ਕੀਤੀ ਸੀ। ਇਹ ਹੈਡਲਾਈਨ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ। ਅੱਗੇ ਵਧਦੇ ਦੇਖਦੇ ਹਾਂ ਕਿ ਹਿੰਦੁਸਤਾਨ ਟਾਈਮਸ ਨੇ ਕੀ ਲਿਖਿਆ ਹੈ। ਜੇ ਹਿੰਦੁਸਤਾਨ ਟਾਈਮਸ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਵੀ ਗਵਰਨਮੈਂਟ ਦਾ ਇੱਕ ਕਲੇਮ ਜਿਹੜਾ ਹੈ ਉਹਨੂੰ ਆਪਣੀ ਹੈਡਲਾਈਨ ਬਣਾ ਕੇ ਪੇਸ਼ ਕੀਤਾ। ਲਿਖਿਆ ਹੈ, ਇੰਡੀਆ ਆਊਟ ਆਫ ਰਿਸੈਸ਼ਨ ਐਜ਼ GDP ਐਕਸਪੈਂਡ 0.4% ਇਨ Q3। ਆਊਟ ਆਫ ਕੰਟਰਾਡਿਕਸ਼ਨ ਜ਼ੋਨਸ ਦੇ ਵਿੱਚ ਲਿਖਿਆ ਹੈ ਕਿ ਕਿਤੇ ਕਿਤੇ ਜਾ ਰਿਹਾ ਹੈ ਔਰ ਵੀ ਸ਼ੇਪ ਗਰੋਥ ਹੋ ਰਹੀ ਹੈ। ਲੈਟਸ ਸੀ, ਦੇਖਦੇ ਹਾਂ ਕਿ ਵੀ ਸ਼ੇਪ ਗਰੋਥ ਜਿਹੜੀ ਹੈ ਉਹ ਕਿੰਨੀ ਐਵੀਡੈਂਟ ਹੁੰਦੀ ਹੈ, ਕਿੰਨਾ ਅੱਗੇ ਵੱਧਦੀ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ, ਇਹਨਾਂ ਨੇ ਬਹੁਤ ਸੋਹਣਾ ਚਾਰਟ ਬਣਾ ਕੇ ਪੇਸ਼ ਕੀਤਾ। ਲਿਖਿਆ, ਬੈਕ ਟੂ ਲੈਵਲਸ ਬਿਫੋਰ COVID-19। ਜੇ ਬਹੁਤ ਸਾਰੇ ਬਿਜ਼ਨਸ ਰਿਜ਼ੰਪਸ਼ਨਸ ਇੰਡੈਕਸ ਸੁਜੈਸਟ ਦੈਟ ਦ ਇਕੋਨਮੀ ਇਜ਼ ਆਲਰੇਡੀ ਬੈਕ ਟੂ ਦ ਪ੍ਰੀ ਪੈਂਡੇਮਿਕ ਲੈਵਲ, ਇਹ ਇਹਨਾਂ ਦਾ ਕਲੇਮ ਹੈ। ਇਸ ਖਬਰ ਦੀ ਡਿਟੇਲ 'ਚ ਥੋੜੀ ਜਿਹੀ ਪੜ੍ਹਾਂ ਤਾਂ ਲਿਖਿਆ ਹੈ, The Indian economy came out of a contraction zone in the second half of the current fiscal year as a lockdown restrictions were eased significantly. Economy activists resumed and the government increased the capital expenditure. ਇਹ ਗਵਰਨਮੈਂਟ ਦਾ ਕਲੇਮ ਹੈ। ਇਸ ਤੋਂ ਇਲਾਵਾ ਅੱਗੇ ਦੇਖਦੇ ਹਾਂ ਕਿ ਨਵਾਂ ਜ਼ਮਾਨਾ ਨੇ ਅੱਜ ਕਿਹੜੀ ਹੈਡਲਾਈਨ ਬਣਾਈ ਹੈ। ਬੰਗਾਲ 'ਚ ਅਪ੍ਰੈਲ ਮਹੀਨਾ ਵੋਟਾਂ ਦਾ, ਕੇਰਲਾ, ਤਮਿਲਨਾਡੂ, ਪੌਂਡੀਚੇਰੀ ਤੇ ਇੱਕੋ ਦਿਨ 6 ਅਪ੍ਰੈਲ ਤੇ ਅਸਾਮ 'ਚ 3 ਗੇੜਾਂ 'ਚ ਹੋਵੇਗੀ ਪੋਲਿੰਗ। ਇਹਨਾਂ ਨੇ ਵੀ ਖਬਰ ਜਿਹੜੀ ਹੈ ਇਲੈਕਸ਼ਨਸ ਖਬਰ ਹੈ ਉਹਨੂੰ ਆਪਣੀ ਹੈਡਲਾਈਨ ਬਣਾਇਆ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਕਿ ਕਿਹੜੀ ਖਬਰ ਨੂੰ ਹੋਰ ਹੈਡਲਾਈਨ ਬਣਾਇਆ ਹੈ, ਲਿਖਿਆ ਹੈ, ਦੁਸ਼ਯੰਤ ਨੇ ਕਿਸਾਨਾਂ ਤੋਂ ਬਚਦਿਆਂ ਦੂਜੇ ਰਾਹ ਤੋਂ ਨਿਕਲ ਕੇ ਹੈਲੀਕਾਪਟਰ ਫੜਿਆ। ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਸ਼ੁੱਕਰਵਾਰ ਕਾਲੇ ਝੰਡੇ ਦਿਖਾਉਣ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਬਾਬੂ ਭੁੰਮਣ ਸ਼ਾਹ ਚੌਂਕ ਤੇ ਰੋਕ ਲਿਆ। ਇੱਥੇ ਕਈ ਘੰਟੇ ਧਰਨਾ ਚੱਲਦਾ ਰਿਹਾ। ਇਸ ਤੋਂ ਬਾਅਦ ਚੌਟਾਲਾ ਦੂਜੇ ਰਾਹ ਤੋਂ ਪੁਲਿਸ ਲਾਈਨ ਪੁੱਜੇ ਤੇ ਉੱਥੋਂ ਹੈਲੀਕਾਪਟਰ ਰਾਹੀਂ ਨਿਕਲ ਗਏ। ਕਿਤੇ ਨਾ ਕਿਤੇ ਬਹੁਤ ਵੱਡਾ ਵਿਦਰੋਹ ਹੈ, ਵੱਡਾ ਅੰਦੋਲਨ ਹੋ ਰਿਹਾ ਹੈ। ਇਹਨਾਂ ਲੀਡਰਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਸ਼ਾਇਦ ਉਹ ਲੋਕਾਂ ਦੇ ਨਾਲ ਕਿੱਡਾ ਕੁ ਧੱਕਾ ਕਰ ਰਹੇ ਨੇ, ਪਰ ਸਮਾਂ ਕਹਿੰਦੇ ਨੇ ਕਿ ਬਲਵਾਨ ਹੈ। ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ ਤੇ ਜਿੱਤ ਸਾਡੀ ਨਿਸ਼ਚੈ ਹੈ। ਇਹ ਸੀ ਅੱਜ ਦਾ ਅਖਬਾਰਨਾਮਾ। ਮੈਂ ਲਗਾਤਾਰ ਤੁਹਾਡੇ ਲਈ ਖਬਰਾਂ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਬਹੁਤ ਬਹੁਤ ਧੰਨਵਾਦ।